तो बेटा अपन ਨੂੰ ट्रायंगल गिवन होएगी एक जिवें ਆਪਾਂ ਉਦੋਂ ਵੀ ਕੀਤਾ ਸੀਗਾ कि given that a triangle ABC is a right angle triangle and B angle is 90 degree इस तरह समथिंग अपन गिवन होएगा कुछ कि ABC ट्रायंगल आ ਜਿਹਦੇ ਵਿੱਚ B ਐਂਗਲ 90 ਡਿਗਰੀ ਆ ਕੁਝ ਵੀ ਹੋ ਸਕਦਾ ਜ਼ਰੂਰੀ ਨਹੀਂ B ਐਂਗਲ ਹੀ 90 ਹੋਏਗਾ A ਵੀ ਹੋ ਸਕਦਾ C ਵੀ ਹੋ ਸਕਦਾ और ਜਿਹੜਾ ਆਪਾਂ ਨੂੰ ਗਿਵਨ ਉਹ ਐਂਗਲ ਨੂੰ ਆਪਾਂ 90 ਸ਼ੋ ਕਰ ਦੇਣਾ ਇਸ ਤੋਂ ਇਲਾਵਾ ਆਪਾਂ ਨੂੰ ਕੀ ਗਿਵਨ ਹੋਏਗਾ given that the sin theta of a triangle ਇਸ ਟ੍ਰਾਇੰਗਲ ਜਿਹੜਾ sin theta ਉਹ ਆਪਾਂ ਕੋਲ ਗਿਵਨ ਆ 3/5 ਆ ਠੀਕ ਹੈ ਤਾਂ ਆਪਾਂ ਕਿਹਾ ਸੀ sin theta ਕੀ ਹੁੰਦਾ ਉਸ ਦਿਨ ਦਾ ਯਾਦ ਆ ਕਿਸੇ ਨੂੰ ਤਾਂ ਬੋਲੋ sin theta ਆਪਾਂ ਕਿਹਨੂੰ ਬੋਲਦੇ ਸੀਗੇ सर जो परपेंडिकुलर और हाइपोटेन्यूज हाँ जी बेटा परपेंडिकुलर ਤੇ ਹਾਈਪੋਟੇਨੀਅਸ ਦੀ ਰੇਸ਼ੀਓ ਨੂੰ ਆਪਾਂ 3/5 ਬੋਲਦੇ ਸੀ ਨਾ ਤਾਂ ਉਸ ਤਰ੍ਹਾਂ ਹੀ ਇਹਦਾ ਮਤਲਬ ਆਪਾਂ ਨੂੰ ਟ੍ਰਾਇੰਗਲ ਦੀ ਜਿਹੜੀਆਂ ਸਾਈਡਸ ਆ ਉਹਨਾਂ ਦੀ ਆਪਾਂ ਨੂੰ ਰੇਸ਼ੀਓ ਪਤਾ ਲੱਗੀ ਹੈ ਕਿਹਦੀ ਰੇਸ਼ੀਓ ਆ sin theta is the ratio of perpendicular of triangle to the hypotenuse of the triangle ट्रायंगल ਦੇ परपेंडिकुलर ਤੇ ਹਾਈਪੋਟੇਨੀਅਸ ਦੀ ਰੇਸ਼ੀਓ ਨੂੰ ਆਪਾਂ sin theta ਨਾਲ ਨੋਟ ਕਰਦੇ ਸੀਗੇ ਤਾਂ ਇੱਥੇ ਆਪਾਂ ਥੀਟਾ ਐਂਗਲ ਲੈਟ ਕਰ ਲੈਣਾ let C angle is theta now according to the sin theta is equal to 3/5 it means perpendicular ਤੇ hypotenuse ਦੀ ratio ਆਪਾਂ ਨੂੰ 3/5 ਆ ਤਾਂ ਆਪਾਂ ਸਪੋਜ਼ ਕਰ ਲੈਣਾ ਕਿ if perpendicular is 3 unit ਅਗਰ perpendicular 3 ਹੋਇਆ ਤਾਂ hypotenuse ਕਿੰਨਾ ਹੋਏਗਾ ਇਹਦਾ 5 ਹੋਏਗਾ ਠੀਕ ਹੈ ਪਤਾ ਨਾ ਪਰ sin theta ਹੁੰਦਾ perpendicular over hypotenuse ਤਾਂ ਸੋ perpendicular ਅਗਰ 3 ਆ then hypotenuse ਕੀ ਹੋਏਗਾ ਆਪਣੇ ਕੋਲ 5 ਹੋਏਗਾ ਕਈ ਬੁੱਕ ਤੇ k ਵੀ ਲੈਟ ਕਰ ਲੈਂਦੇ ਇਹਨੂੰ 3k and 5k ਆਪਾਂ ਨਹੀਂ ਕਰਾਂਗੇ ਉਵੇਂ ਥੋੜਾ ਸਿੰਪਲੀ ਰੱਖਾਂਗੇ ਆਪਾਂ ਕੁਐਸਚਨਸ ਨੂੰ ਪਰ ਇਹਦਾ ਮਤਲਬ ਥੋੜਾ ਇਹ ਧਿਆਨ ਰੱਖਣਾ ਕਿ ਜੇ 3/5 ਇਟ ਮੀਨਸ ਇਹਦਾ ਮਤਲਬ ਇਹ ਨਹੀਂ ਕਿ AB ਲੈਂਥ 3 ਸੈਂਟੀਮੀਟਰ ਆ ਇਹਦਾ ਮਤਲਬ ਇਹ ਆ ਕਿ ਅਗਰ AB 3 ਹੋਵੇਗਾ ਅਗਰ AB ਦੀ ਵੈਲਿਊ 3 ਹੋਏਗੀ ਤਾਂ AC ਦੀ ਵੈਲਿਊ 5 ਹੋਏਗੀ ਮਤਲਬ ਰੇਸ਼ੀਓ ਗਿਵਨ ਆਪਾਂ ਨੂੰ AB ਸਾਈਡ ਓਵਰ AC ਸਾਈਡ ਦੀ ਜਿਹੜੀ ਰੇਸ਼ੀਓ ਆ ਉਹ 3/5 ਆ then ਇਹ ਤੋਂ ਆਪਾਂ BC ਸਾਈਡ ਫਾਈਂਡ ਆਊਟ ਕਰ ਸਕਦੇ ਹਾਂ ਪਾਈਥਾਗੋਰਸ ਆਪਾਂ ਥਿਓਰਮ ਦੱਸੀ ਸੀ ਤੁਹਾਨੂੰ ਮੈਂ ਤਾਂ ਪਾਈਥਾਗੋਰਸ ਅਕੋਰਡਿੰਗ ਕੀ ਹੁੰਦਾ ਹਾਈਪੋਟੇਨੀਅਸ ਸਕੁਅਰ ਇਕੁਅਲ ਟੂ ਬੇਸ ਸਕੁਅਰ ਪਲੱਸ ਪਰਪੈਂਡੀਕੂਲਰ ਸਕੁਅਰ ਤਾਂ ਹਾਈਪੋਟੇਨੀਅਸ ਇਜ਼ 5 ਸਕੁਅਰ ਇਕੁਅਲ ਟੂ ਬੇਸ BC ਲਿਖ ਲਓ ਇਹਨੂੰ BC and perpendicular AB is 3 centimeter so 5 square 25 BC square equal to 3 square 9 25 minus 9 is 16 BC square is equal to 16 and BC equal to 4 units BC ਦੀ ਵੈਲਿਊ ਆਪਣੇ ਕੋਲੇ 4 ਆ ਗਈ ਆ ਠੀਕ ਹੈ ਤਾਂ ਇਸ ਤਰ੍ਹਾਂ ਦੀ ਦੋ ਸਾਈਡਸ ਉਹਨੂੰ ਪਤਾ ਲੱਗ ਗਿਆ ਕਰਨਗੀਆਂ ਜੋ ਵੀ ਆਪਾਂ ਨੂੰ ਰੇਸ਼ੀਓ ਗਿਵਨ ਹੋਏਗੀ ਉਹ तो थर्ड साइड की रेशियो फाइंड आउट कर लेनी है कि थर्ड साइड इज 4 सेंटीमीटर ठीक है बता स्टेप क्लियर है सारे यस सर क्लियर है sin थीटा अपन अगर 3/5 आ देन बेस अपने को 4 आ गया इथों तो अपन पूछा की जाएगा कहेंगे फाइंड वैल्यूज ऑफ cos थीटा बाकी जिन्ने भी अपने को 6 रेशियो है ना ये ਤਾਂ ਇੱਕ ਦਿੱਤੀ ਹੋਏਗੀ ਆਪਾਂ ਨੂੰ ਰੇਸ਼ੀਓ ਬਾਕੀ ਪੰਜ ਆਪਾਂ ਫਾਈਂਡ ਆਊਟ ਕਰਨੀ ਆ ਇਹਨਾਂ ਨੂੰ ਟੀ ਰੇਸ਼ੀਓ ਵੀ ਬੋਲਦੇ ਨੇ ਸ਼ਾਰਟ ਦੇ ਵਿੱਚ ਟੀ ਰੇਸ਼ੀਓ ਟੀ ਮਤਲਬ ਟ੍ਰਿਗਨੋਮੈਟਰੀ ਰੇਸ਼ੀਓਸ ਨੂੰ ਟੀ ਰੇਸ਼ੀਓ ਵੀ ਬੋਲ ਦਿੱਤਾ ਜਾਂਦਾ ਵਾ ਤਾਂ ਕਹਿੰਦੇ ਫਾਈਂਡ ਦ ਅਦਰ 5 ਟੀ ਰੇਸ਼ੀਓਸ sin ਥੀਟਾ tan ਥੀਟਾ ਬੋਲੋ ਕਿਹੜੀਆਂ ਸੀ ਬੇਟਾ ਹੋਰ sin cos tan ਤੋਂ ਇਲਾਵਾ So sin theta, cos theta, tan theta, cot, tan theta सर हाँ जी cot theta जी बेटा consecant, हाँ cosecant cosecant and secant बोलते हैं secant and cosecant ਤਾਂ 5 ਰੇਸ਼ੀਓਸ ਆ ਬੇਟਾ ਆਪਣੇ ਕੋਲੇ ਹੁਣ ਤਾਂ ਉਸ ਤਰ੍ਹਾਂ ਆਪਾਂ 5 ਰੇਸ਼ੀਓਸ ਦੀ ਆਪਾਂ ਫਾਰਮੂਲੇ ਵੀ ਯਾਦ ਕੀਤੇ ਸੀਗੇ cos is the ratio of the base to the hypotenuse ਜਿਹੜਾ cos theta ਆਪਣੇ ਕੋਲੇ ਰੇਸ਼ੀਓ ਆ base to hypotenuse ਸੋ ਵੈਲਿਊ ਆਫ cos theta ਕੀ ਬਣੇਗੀ ਦੇਖੋ ਬੇਟਾ ਤਾਂ ਥੀਟਾ ਦੇ ਅਕੋਰਡਿੰਗ ਮੈਂ ਤੁਹਾਨੂੰ ਉਦੋਂ ਸਮਝਾਇਆ ਸੀ ਲਾਸਟ ਤੇ ਕਿ ਥੀਟਾ ਦੀ ਜੋ ਬਿਲਕੁਲ ਆਪੋਜ਼ਿਟ ਸਾਈਡ ਆ ਇਹ ਪਰਪੈਂਡੀਕੂਲਰ ਆ ਥੀਟਾ ਦੀ ਜੋ ਐਡਜਸੈਂਟ ਸਾਈਡ ਆ ਵਾਲੀ ਨਾਲ ਲੱਗਦੀ ਸਾਈਡ ਆ ਥੀਟਾ ਦੇ ਉਹ ਆਪਣੇ ਲਈ ਬੇਸ ਆ ਤੇ ਲੌਂਗੈਸਟ ਸਾਈਡ ਆਪਣੇ ਕੋਲੇ ਹਾਈਪੋਟੇਨੀਅਸ ਆ ਤਾਂ cos is the ratio of base to hypotenuse so base is in this triangle is 4 unit and hypotenuse is 5 unit so cos theta equal to 4/5 similarly tan theta
tan theta is the ratio of the perpendicular to the base of triangle. Perpendicular to base ratio है. The perpendicular in this triangle is 3 and base of this triangle is 4. So tan theta is equal to 3/4 ratio बेटा आ गया अपने कोले. Similarly बाकी तुम find out कर सकते हो. एक मैं और कर देना find करूँ cosecant. ਤਾਂ बेटा दस्सिया सी मैं sin ਦਾ बिल्कुल opposite ਹੁੰਦਾ cosecant. Sin ਦਾ बिल्कुल opposite ratio आ cosecant. जिस तरह ਆਪਾਂ sin किया ਸੀगा ਇਹ ਹੁੰਦਾ ਆਪਣੇ ਕੋਲੇ perpendicular by hypotenuse ਤਾਂ cosecant ਹੋਏਗਾ hypotenuse by perpendicular. ਤੇ याद रखना रिलेशन की है ना दोनों का साइन एंड कोसेकेंट का रिलेशन की है आपस ਵਿੱਚ साइन एंड कोसेकेंट आर द रेसिप्रोकल ऑफ ईच अदर ਇਹ ਦੋਨੋਂ ਇੱਕ ਦੂਜੇ ਦੇ ਰੈਸਿਪਰੋਕਲਸ ਆ ਮੀਨਸ ਸਾइन परपेंडिकुलर बाय हाइपोटेनियस ਆ ਤਾਂ ਕੋਸੇਕੈਂਟ ਹਾਈਪੋਟੇਨੀਅਸ ਬਾय परपेंडिकुलर ਆ ਤਾਂ ਹਾਈਪੋਟੇਨੀਅਸ here is 5 and perpendicular is 3 so cosecant ratio is 5/3 ਆਇਆ ਬੇਟਾ ਤੇ ਇਸ ਤਰ੍ਹਾਂ ਬਾਕੀ ਤੁਸੀਂ ਦੋ ਫਾਈਂਡ ਆਊਟ ਕਰ ਸਕਦੇ ਹੋ जल्दी नोट कर लो फिर एक और एग्जांपल कर दें नाल दी को सीकेंट ते कॉट रह गए बेटा वो तुसी अपने आप फाइंड कर लो जो क्वेश्चंस में sin a लिखा है cos a लिखा है सर हाँ जी बेटा a का मीनिंग क्या है वो भी समझाना मैं वो भी समझाना एक बार ये नोट कर लो सम डन बेटा ओके ਅੱਗੇ बेटा देखो ये अपन को जिवें ਅਸੀਂ ਪੁੱਛਿਆ ਹੀ ਆ sin a ਅਗਰ ਆ ਜਾਂਦਾ ਨਾਲ ਐਂਗਲ ਥੀਟਾ ਨਹੀਂ ਮੈਂਸ਼ਨ ਹੋਏਗਾ ਆਪਾਂ ਨੂੰ ਵਰਟੈਕਸ ਦੀ ਗਿਵਨ ਹੋਏਗਾ ਕਿ sin a a ਮੀਨਸ ਜਿਹੜਾ ਦੇਖੋ ਟ੍ਰਾਇੰਗਲ ਦੇ ਵਿੱਚ ਨਹੀਂ ਵਰਟੈਕਸ a ਆ ਉਹ ਆਪਾਂ ਨੂੰ ਇਸ ਤਰ੍ਹਾਂ ਕਿਹਾ ਹੋਇਆ ਕਿ ਐਂਗਲ ਜਿਹੜਾ ਉਹ a ਆ तो उस तरह देखो किवें करांगे ਆਪਾਂ ਇਹਨੂੰ ਸੋਲਵ ਫਿਰ ਤਾਂ ਇਸੇ ਟ੍ਰਾਇੰਗਲ ਦੀ ਆਪਾਂ ਐਗਜ਼ਾਮਪਲ ਲੈ ਲੈਨੇ ਆ ਚਲੋ ਇੱਕ ਹੋਰ ਐਗਜ਼ਾਮਪਲ ਲੈ ਲੈਨੇ ਆ ਇਹ ਰਹਿਣ ਦਿਓ ਇੱਕ ਹੋਰ ਐਗਜ਼ਾਮਪਲ ਲੈ ਲੈਨੇ ਆਪਾਂ लेट इज इन ए ट्रायंगल ABC ट्रायंगल है फिर अपने को एंगल B is 90 degree it is given that B is angle 90 degree and given that sine of A angle is equal to 12/13 कुछ भी इस तरह गिवन होएगा तो मैं ट्रायंगल लेट कर लेना ABC ट्रायंगल है मेरे को तो given that the sine A equal to 12/13 तो ਇਹਦਾ मतलब ਕੀ ਹੋਇਆ ਆਪਾਂ ਕਿਹਾ ਸੀਗਾ sin is the ratio of perpendicular to hypotenuse so perpendicular of this triangle is 12 and hypotenuse is 13 ठीक है बता एक चीज और ਜਿਹੜੀ ਮੈਂ ਦੱਸਣ ਵਾਲੀ ਰਹਿ ਗਈ ਦੇਖੋ sin a ਤੇ ਜ਼ਰੂਰੀ ਹੈ a ਐਂਗਲ ਦੇ ਅਕੋਰਡਿੰਗ perpendicular ਕਿਹੜਾ ਬਣੇਗਾ ਆਪਾਂ ਨੂੰ ਹੁਣ ਗਿਵਨ ਆ sin a ਤਾਂ a ਦੇ ਅਕੋਰਡਿੰਗ ਮੈਂ ਕੱਲ ਵੀ ਦੱਸਿਆ ਸੀ ਦੁਬਾਰਾ ਰਿਪੀਟ ਕਰਦੇ ਆ ए एंगल दे बिल्कुल ਜਿਹੜੀ opposite साइड होएगी सामने साइड होएगी वो परपेंडिकुलर आ ਤਾਂ ए एंगल ਦੇ ਬਿਲਕੁਲ ਐਡਜਸੈਂਟ ਸਾਈਡ ਆ ਨਾਲ ਲੱਗਦੀ ਸਾਈਡ ਆ ਇਹ ਬੇਸ ਆ ਠੀਕ ਹੈ ਤਾਂ ਆਪਾਂ ਇਸ ਤਰ੍ਹਾਂ ਟ੍ਰਾਇੰਗਲ ਦੇ ਵਿੱਚ ਭਰਿਆ ਪਰ ਲੈਟ ਕਰ ਲਓ ਅਗਰ ਆਪਾਂ ਨੂੰ ਸਮ ਇੱਕ ਹੋਰ ਆਉਂਦਾ ਇਹੀ ਟ੍ਰਾਇੰਗਲ ਆ ਜਾਂਦੀ ट्रायंगल ABC आ चीज ਨੂੰ ਧਿਆਨ ਨਾਲ ਸਮਝੋ and given that the sine of C angle is equal to 12/13 ਹੁਣ ਦੇਖੋ ਫਰਕ ਕੀ ਹੈਗਾ ਦੋਨਾਂ ਸਮ ਨੂੰ ਕੰਪੇਅਰ ਕਰੋ ਪੁੱਤ ਆਪਣੇ ਧਿਆਨ ਨਾਲ ਉੱਪਰ ਆਪਾਂ ਨੂੰ ਸਾਈਨ ਆਫ ਐਂਗਲ A ਗਿਵਨ ਸੀਗਾ ਪੁੱਤ ਬੋਲਣਾ ਵੀ ਇਹਨੂੰ ਆਏ ਆ ਤੁਸੀਂ ਸਾਈਨ ਆਫ ਐਂਗਲ A ਠੀਕ ਹੈ sin A ਨਹੀਂ ਬੋਲਣਾ ਤੁਸੀਂ ਪ੍ਰੋਨਾਊਨ ਕਰਨ ਵੇਲੇ ਵੀ ਇਸ ਤਰ੍ਹਾਂ ਬੋਲਣਾ ਇਹਨੂੰ ਸਾਈਨ ਆਫ ਐਂਗਲ A equal to 12/13 ਤਾਂ ਸਾਈਨ ਆਫ ਐਂਗਲ A ਆਪਾਂ ਨੂੰ ਗਿਵਨ ਆ ਇੱਥੇ 12/13 ਸੈਕੰਡ ਸਮ ਦੇ ਵਿੱਚ ਆਪਾਂ ਨੂੰ ਗਿਵਨ ਆ ਸਾਈਨ ਆਫ ਐਂਗਲ C is equal to 12/13 ਤਾਂ ਆਪਾਂ ਫਰਕ ਸਮਝਣਾ ਬੇਟਾ ਕੀ ਹੈ ਇਹਨਾਂ ਦੋਨਾਂ ਦੇ ਵਿੱਚ ਤਾਂ ਥੋੜਾ ਧਿਆਨ ਦਿਓ ਜੋ ਹੁਣ ਮੈਂ ਦੱਸਾਂਗਾ
ਤਾਂ sin c ਦਾ ਬੇਟਾ ਮਤਲਬ ਦੇਖੋ ਕੀ ਆ ਕਿ ਐਂਗਲ ਆਪਣੇ ਕੋਲੇ c ਐਂਗਲ ਦੀ ਰੇਸ਼ੋ ਦੇ ਅਕੋਰਡਿੰਗ ਆਏਗਾ ਹੁਣ ਇੱਥੇ ਪਰਪੈਂਡੀਕੂਲਰ ਇੱਥੇ ਕੀ ਆਏਗਾ ਦੇਖੋ ਆ c ਐਂਗਲ ਆ ਤਾਂ c ਐਂਗਲ ਦੇ ਅਕੋਰਡਿੰਗ ਆਪਣਾ ਪਰਪੈਂਡੀਕੂਲਰ ਕੀ ਬਣੇਗਾ ਕਿਉਂਕਿ sin ਇਜ਼ ਦਾ ਰੇਸ਼ੋ ਆਫ ਪਰਪੈਂਡੀਕੂਲਰ ਟੂ ਹਾਈਪੋਟੇਨੀਅਸ ਤਾਂ c ਐਂਗਲ ਦੇ ਅਕੋਰਡਿੰਗ ਪਰਪੈਂਡੀਕੂਲਰ ਚੇਂਜ ਹੋ ਜਾਏਗਾ ਹੁਣ ਤਾਂ c ਐਂਗਲ ਦੇ ਅਕੋਰਡਿੰਗ ਪਰਪੈਂਡੀਕੂਲਰ ab ਹੋਏਗਾ ਇੱਥੇ ਹਾਈਪੋਟੇਨੀਅਸ ਨਹੀਂ ਚੇਂਜ ਹੁੰਦਾ ਇਹ ਤਾਂ ਲੌਂਗੈਸਟ ਸਾਈਡ ਹੀ ਹੁੰਦੀ ਆ ਐਂਗਲ c ਦੇ ਅਕੋਰਡਿੰਗ ਬੇਸ ਕਿਹੜਾ ਹੋਏਗਾ ਇਹਦਾ bc ਤਾਂ ਜਿਹੜਾ ਪਰਪੈਂਡੀਕੂਲਰ ਤੇ ਬੇਸ ਟ੍ਰਾਇੰਗਲ ਦੇ ਚੇਂਜ ਹੋ ਜਾਂਦੇ ਆ ਅਕੋਰਡਿੰਗ ਟੂ ਦਾ ਰੇਸ਼ੋ ਵੀ ਆਰ ਟੇਕਨ ਅਗਰ ਆਪਾਂ sin a ਦੀ ਰੇਸ਼ੋ ਦੇਖ ਰਹੇ ਆ ਤਾਂ a ਐਂਗਲ ਦੇ ਅਕੋਰਡਿੰਗ ਇਹਦੇ ਬਿਲਕੁਲ ਆਪੋਜ਼ਿਟ ਦੀ ਸਾਈਡ ਆ ਪਰਪੈਂਡੀਕੂਲਰ ਆ ਜੋ ਨਾਲ ਲੱਗਦੀ ਸਾਈਡ ਆ ਬੇਸ ਆ ਤੇ ਹਾਈਪੋਟੇਨੀਅਸ ਦੀ ਤਾਂ ਲੌਂਗੈਸਟ ਸਾਈਡ ਬਟ ਇਫ ਵੀ ਟੇਕ a ਐਂਗਲ c then perpendicular is of the triangle is AB sin ਦੇ ਜੋ ਬਿਲਕੁਲ ਆਪੋਜ਼ਿਟ ਆ ਉਹ perpendicular ਆ ਜੋ ਬਿਲਕੁਲ ਇਹਦੇ ਨਾਲ ਲੱਗਦੀ ਸਾਈਡ ਆ adjacent side of to the point C is base of triangle ਤਾਂ ਇਹਦਾ ਹੁਣ ਆਪਾਂ ਵੈਲਿਊ ਕਿਵੇਂ ਭਰਾਂਗੇ ਆਪਾਂ ਦੇਖੋ ਇੱਥੇ ਤਾਂ sin C ਦਾ perpendicular by way hypotenuse so perpendicular here is 12 unit and hypotenuse is 13 ਤਾਂ ਥਰਡ ਆਪਾਂ ਪਤਾ ਕਰ ਹੀ ਲਵਾਂਗੇ ਕਿਵੇਂ ਸੀ ਸਕੁਅਰ ਆਫ ਦਾ ਹਾਈਪੋਟੇਨੀਅਸ ਇਕੁਅਲ ਟੂ ਬੇਸ ਸਕੁਅਰ ਪਰਪੈਂਡੀਕੂਲਰ ਸਕੁਅਰ ਤਾਂ ਬੇਸ ਆਪਣਾ ਕੋਲ ਹੈਗਾ 12 ਪਰਪੈਂਡੀਕੂਲਰ 12 ਆ ਬੇਸ ਆਪਾਂ ਫਾਈਂਡ ਆਊਟ ਕਰਨਾ ਇਹਨੂੰ b ਲਿਖ ਲਓ ਤਾਂ 169 ਇਕੁਅਲ ਟੂ 144 plus b square 25 equal to base square and base we get is 5 unit ਤਾਂ ਆਪਾਂ ਨੂੰ ਤੋਂ ਬੇਸ ਦੀ ਵੈਲਿਊ ਮਿਲ ਗਈ 5 ਯੂਨਿਟਸ ਤਾਂ ਇੱਥੇ ਆਪਾਂ ਬੇਸ ਦੀ ਵੈਲਿਊ ਕੀ ਪੁੱਟ ਕਰ ਦੇਣੀ ਆ ਹੁਣ 5 ਤਾਂ ਇਸ ਤੋਂ ਅੱਗੇ ਇਹਦਾ ਤੁਹਾਨੂੰ ਪਤਾ ਹੀ ਹੈ ਕੀ ਕਰਨਾ ਹੁਣ ਆਪਾਂ ਪਰ ਇਹ ਵੀ ਧਿਆਨ ਰੱਖਣਾ ਤੁਹਾਨੂੰ ਦੀ ਆਹ ਚੀਜ਼ ਦਾ ਬਹੁਤ ਧਿਆਨ ਰੱਖਣਾ ਅਗਰ ਆਪਾਂ ਨੂੰ cos c ਦੀ ਵੈਲਿਊ ਪੁੱਛ ਰਹੇ ਆ cos c ਦੀ ਆ ਚੀਜ਼ ਨੂੰ ਦੁਬਾਰਾ ਚੰਗੀ ਤਰ੍ਹਾਂ ਦੇਖ ਲਿਓ the cos is the ratio of first of all ਤੁਹਾਨੂੰ basics clear ਹੋਣ cos ਕਾਦੀ ਰੇਸ਼ੋ ਹੁੰਦੀ ਆ cos is the ratio of the base of triangle to hypotenuse ਤਾਂ ਇਸ ਟ੍ਰਾਇੰਗਲ ਦੇ ਅਕੋਰਡਿੰਗ ਇਹ c ਐਂਗਲ ਦੇ ਅਕੋਰਡਿੰਗ ਬੇਸ ਕਿਹੜਾ ਬੋਲੋ ਬੇਟਾ ਦੱਸੋ ਮੈਨੂੰ ਹੁਣ ਬੇਸ ਕੀ ਆ 12 ਬੇਸ ਆ 5 ਬੇਸ ਆ ਕਿ 13 ਬੇਸ ਆ So 5. ਹਾਂਜੀ ਵੈਰੀ ਗੁੱਡ 5 sir ਤਾਂ cos c ਦੇ ਅਕੋਰਡਿੰਗ ਐਡਜਸੈਂਟ ਸਾਈਡ ਆ ਬੇਸ ਆ ਤਾਂ 5/13 ਆਨਸਰ ਆਏਗਾ ਬਟ ਇਹੀ ਅਗਰ cos of angle a ਲਈ ਪੁੱਛ ਲੈਂਦੇ ਆਪਾਂ ਨੂੰ cos of angle a ਤਾਂ ਇਹ ਐਂਗਲ a ਦੇ ਅਕੋਰਡਿੰਗ ਜਿਹੜਾ ਬੇਸ ਆਪਣੇ ਕੋਲੇ ਤਾਂ So a ਐਂਗਲ 12 sir ਹਾਂਜੀ ਬੇਟਾ ਵੈਰੀ ਗੁੱਡ ਐਂਗਲ a ਦੇ ਅਕੋਰਡਿੰਗ ਆਪਣੇ ਕੋਲੇ ਬੇਸ ਆ 12 ਬਣਨਾ ਸੀਗਾ ਇੱਥੇ ਠੀਕ ਹੈ ਤਾਂ ਆਪਣੇ ਕੋਲੇ 12/13 ਆਨਸਰ ਆਉਣਾ ਸੀਗਾ ਤਾਂ ਫਰਕ ਬੇਟਾ ਦੇਖੋ ਵੈਲਿਊ ਦੋਨੋਂ c cos ਦੀਆਂ ਹੀ ਆ ਵੈਲਿਊ ਦੋਨੋਂ cos ਦੀਆਂ ਬਟ ਐਂਗਲ ਚੇਂਜ ਹੋ ਰਿਹਾ ਇੱਥੇ ਅਗਰ ਐਂਗਲ ਆਪਾਂ c ਦੇ ਅਕੋਰਡਿੰਗ ਦੇਖ ਰਹੇ ਆ ਤਾਂ ਬੇਸ ਆਪਣੇ ਕੋਲੇ 5 ਲਵਾਂਗੇ ਆਪਾਂ ਅਗਰ ਐਂਗਲ a ਦੇ ਅਕੋਰਡਿੰਗ ਆਪਾਂ ਦੇਖ ਰਹੇ ਆ ਤਾਂ ਬੇਸ ਇੱਥੇ ਆਪਾਂ 12 ਲਵਾਂਗੇ ਠੀਕ ਹੈ ਪਤਾ ਤਾਂ ਬੇਸ ਇਜ਼ ਦਾ adjacent side to the this that vertex ਜੋ adjacent side ਆ ਨਾਲ ਲੱਗਦੀ ਸਾਈਡ ਆ ਉਹ ਆਪਣੇ ਕੋਲੇ ਬੇਸ ਆ ਤੇ ਜੋ ਐਂਗਲ ਦੇ ਬਿਲਕੁਲ ਆਪੋਜ਼ਿਟ ਸਾਈਡ ਆ ਸਾਹਮਣੇ ਸਾਈਡ ਆ ਉਹ ਪਰਪੈਂਡੀਕੂਲਰ ਆ ਸਿਮਿਲਰਲੀ ਮੈਂ sin a ਦੀ ਵੈਲਿਊ ਲੈਣੀ ਹੋਵੇ sin of angle a sin is the ratio perpendicular to hypotenuse so according to angle a angle ਦੇ ਅਕੋਰਡਿੰਗ perpendicular ਕਿਹੜਾ ਹੋਏਗਾ ਬੇਟਾ 5 ਤੇ hypotenuse 13 hypotenuse ਨਹੀਂ ਬੇਟਾ ਚੇਂਜ ਹੋਏਗਾ ਉਹ ਸੇਮ ਹੀ ਰਹੇਗਾ always that is the longest side similarly ਅਗਰ tan of angle c ਦੇਖਾਂ ਮੈਂ tan of angle c tan ਕਾਦੀ ਰੇਸ਼ੋ ਹੁੰਦੀ ਬੇਟਾ ਦੱਸੋ ਮੈਨੂੰ perpendicular over base Perpendicular over base. ਹਾਂਜੀ ਬੇਟਾ tan is the ratio of the perpendicular to base tan ਜਿਹੜੀ ਆਪਣੇ ਕੋਲੇ ਰੇਸ਼ੋ ਆ ਪਰਪੈਂਡੀਕੂਲਰ ਟੂ ਬੇਸ ਦੀ ਰੇਸ਼ੋ ਆ ਤਾਂ ਪਰਪੈਂਡੀਕੂਲਰ ਆਪਣੇ ਕੋਲੇ ਇੱਥੇ ਕੀ ਹੋਏਗਾ c ਐਂਗਲ ਦੇ ਅਕੋਰਡਿੰਗ ਪਰਪੈਂਡੀਕੂਲਰ ਕੀ ਹੋਏਗਾ ਬੋਲੋ 12 sir ਹਾਂਜੀ ਬੇਟਾ c ਐਂਗਲ ਦੇ ਅਕੋਰਡਿੰਗ ਪਰਪੈਂਡੀਕੂਲਰ ਹੋਏਗਾ 12 ਤੇ ਬੇਸ ਹੋਏਗਾ 5 ਤਾਂ ਆਨਸਰ ਇਜ਼ 5 sir 12/5 ਠੀਕ ਹੈ ਇਹੀ ਅਗਰ ਆਪਾਂ tan of angle a ਦੇਖਦੇ tan of angle a ਤਾਂ ਐਂਗਲ a ਦੇ ਅਕੋਰਡਿੰਗ ਪਰਪੈਂਡੀਕੂਲਰ 5 ਆ ਤੇ ਹਾਈਪੋਟੇਨੀਅਸ ਬੇਸ ਸੌਰੀ ਆਪਣੇ ਕੋਲ ਹੈਗਾ 12 ਤਾਂ tan is the ratio of perpendicular to base
सो tan ऑफ ए एंगल इज इक्वल टू 5/12। तो बेटा इसे दी बेस दी एक्सरसाइज है सारी ये, ठीक है। मे बी एक ना शायद 5th सम थोड़ा डिफरेंट आ, साइन ऑफ एंगल ए इक्वल टू साइन ऑफ एंगल बी दिता वा शायद, प्रूव दैट एंगल ए इक्वल टू एंगल बी, इस तरह का सम है ना मेरा, देखियो वो 5th सम है कि 6th सम है? 6th सम है सर वो। हाँ जी बेटा, वो करना है, वो ना ਆਪਾਂ 6th ਚੈਪਟਰ ਕਰਕੇ ਉਸ ਤੋਂ ਬਾਅਦ ਕਰਾਂਗੇ, ਉਹ ਚ ਕਨਸੈਪਟ ਥੋੜੇ ਡਿਫਰੈਂਟ ਵਰਤੇ ਜਾਣੇ ਆ। ਇਸ ਤੋਂ ਇਲਾਵਾ ਤੁਸੀਂ ਬਾਕੀ ਕਨਸੈਪਟ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਉੱਪਰ, ਜਿੰਨੇ ਵੀ ਸਮ ਹੈਗੇ ਆ ਤੁਸੀਂ ਬਹੁਤ ਈਜ਼ੀਲੀ ਕਰ ਸਕਦੇ ਹੋ। ਅਗਰ ਆ ਤੁਹਾਨੂੰ ਬੇਸਿਕਸ ਕਲੀਅਰ ਆ ਤਾਂ ਇੱਕ ਵਾਰ ਦੁਬਾਰਾ ਦੇਖ ਲਓ, ਅਗਰ ਕਿਸੇ ਵੀ ਜਗ੍ਹਾ ਤੋਂ ਨਹੀਂ ਪਤਾ ਲੱਗਦਾ ਪਿਆ ਤੁਹਾਨੂੰ ਤਾਂ ਜਰੂਰ ਪੁੱਛੋ ਬਤ ਮੈਨੂੰ। सर एक 5th क्वेश्चन है, गिवन सेकंड थीटा इज इक्वल टू 13/12। हाँ जी बेटा, सर ਉਹਦਾ ਮਤਲਬ ਇਹੀ ਹੈ ਨਾ 13/12 ਨੂੰ ਸੈਕਿੰਡ ਦੀ ਜਿਹੜੀ ਰੇਸ਼ੀਓ ਉਹਦੇ ਹਿਸਾਬ ਨਾਲ ਲੈਣਾ ਸਰ। हाँ जी बेटा भाई, हाँ जिस तरह ਆਪਾਂ ਇਹ ਲਿਆ ਵਾ ਹੁਣੀ, ਤਾਂ secant थीटा इज द रेशियो ऑफ secant ਆਪਣੇ ਕੋਲੇ ਰੇਸ਼ੀਓ ਕਾਦੀ ਹੁੰਦੀ ਹੈ, ਪਰਪੈਂਡੀਕੁਲਰ ਹਾਈਪੋਟੇਨੀਅਸ ਟੂ ਬੇਸ ਰੇਸ਼ੀਓ ਹੁੰਦੀ ਹੈ secant। ਤੇ ਇਟ ਮੀਨਸ ਅਗਰ ਆਪਾਂ ਨੂੰ 13/12 ਦਿੱਤਾ ਹੋਇਆ ਤਾਂ ਇਟ ਮੀਨਸ ਸਾਡਾ 13 ਯੂਨਿਟ ਆਪਾਂ ਹਾਈਪੋਟੇਨੀਅਸ ਯੂਜ਼ ਕਰ ਲੈਣਾ ਤੇ ਬੇਸ ਆਪਾਂ 12 ਯੂਜ਼ ਕਰ ਲੈਣਾ। ਤਾਂ ਟ੍ਰਾਇੰਗਲ ਦੀ ਥਰਡ ਸਾਈਡ ਆਪਣੇ ਕੋਲੇ ਪਾਈਥਾਗੋਰਸ ਲਾ ਕੇ ਆਏਗੀ, ਜਿਵੇਂ ਹੁਣ ਮੈਂ ਕੱਢੀ ਆ, ਦੋ ਸਾਈਡਸ ਤੁਹਾਨੂੰ ਮਿਲ ਜਾਣਗੀਆਂ, ਤੀਜੀ ਸਾਈਡ ਤੋਂ ਹੀ ਪਾਈਥਾਗੋਰਸ ਯੂਜ਼ ਕਰ ਲੈਣਾ। तो उस तो बाद अपने को आंसर आ जाएगा, ठीक है। एक मिनट बेटा वेट करे मानी। हाँ जी बेटा, कोई प्रॉब्लम हो लग रही तो दसो मैनू। नो सर कोई प्रॉब्लम नहीं, क्लियर है सर। गिवन 15 cot a, सर 15 ਦਾ मीनिंग ਕੀ ਮਿਲਿਆ ਸਰ? 15 cot a is equal to 8 ਲਿਖਿਆ ਸਰ। ਸਰ ਰੇਸ਼ੀਓ ਦੱਸ ਬੇਟਾ। ਹਾਂਜੀ ਬੇਟਾ, ਰੇਸ਼ੀਓ ਜਿਹੜਾ 15 ਹੈ ਨਾ ਮਲਟੀਪਲਾਈ ਹੋ ਰਿਹਾ cot ਦੇ ਨਾਲ, ਉਹਨੂੰ ਓਵਰ ਚ ਲੈ ਜਾਓ ਉਧਰਲੀ ਸਾਈਡ। ਓਕੇ ਸਰ, 8 by ਸਰ 15 ਰੇਸ਼ੀਓ ਬਣ ਜੂਗੀ। ਹਾਂ 8/15 ਜਿਹੜਾ ਆਪਾਂ ਲਿਖਿਆ ਨਾ 15। ਹਾਂਜੀ ਸਰ, ਇੱਕ ਮਿੰਟ ਬੇਟਾ ਮੈਂ ਦੱਸ ਦਿੰਦਾ, ਇੱਕ ਮਿੰਟ ਰੁਕਿਓ। ਆ ਦੇਖੋ ਆਪਾਂ ਨੂੰ ਦਿੱਤਾ ਹੈ 15 cot a, ਜਿਸ ਤਰ੍ਹਾਂ ਕੁਝ ਗਿਵਨ ਆ, ਇਕੁਅਲ ਟੂ a 8 ਹੈ ਨਾ, ਤਾਂ ਇੱਥੋਂ ਆਪਣੇ ਕੋਲੇ cot a ਦੀ ਵੈਲਿਊ ਕੀ ਮਿਲ ਜੇਗੀ ਮੈਨੂੰ? 15 ਇੱਧਰ ਓਵਰ ਚਲਾ ਜਾਏਗਾ 8/15, ਠੀਕ ਹੈ। ਤਾਂ ਉਹ ਹਾਂ cot is the ratio of ਆਪਾਂ ਕਹਿੰਦੇ ਨੇ ਬੇਸ ਟੂ ਪਰਪੈਂਡੀਕੂਲਰ, ਇਹ ਬੇਸ ਤੋਂ ਪਰਪੈਂਡੀਕੂਲਰ ਰੇਸ਼ੀਓ ਆ। ਸੋ ਆਪਣੇ ਕੋਲੇ ਟ੍ਰਾਇੰਗਲ ਦਾ ਬੇਸ 8 ਮਿਲ ਜਾਏਗਾ ਤੇ ਪਰਪੈਂਡੀਕੂਲਰ 15 ਆ ਜਾਏਗਾ। ਦੈਨ ਆਪਾਂ ਪਾਈਥਾਗੋਰਸ ਯੂਜ਼ ਕਰਕੇ ਹਾਈਪੋਟੇਨੀਅਸ ਕੱਢ ਲਾਂਗੇ, ਤੇ ਹਾਈਪੋਟੇਨੀਅਸ ਤੋਂ ਫਿਰ ਆਪਾਂ ਨੂੰ ਉਹ ਬਾਕੀ ਇਹ ਰੇਸ਼ੋ ਪੁੱਛ ਰਹੇ ਆ ਨਾ, ਉਹ ਮਿਲ ਜਾਣਗੀਆਂ ਸਾਰੀਆਂ। ਹਾਂਜੀ ਓਕੇ ਸਰ। ਤਾਂ ਸਮ ਕਰਨੇ ਸਟਾਰਟ ਕਰ ਦਿਓ ਬੇਟਾ, ਠੀਕ ਹੈ। ਨਾਲ ਦੀ ਨਾਲ ਮੈਨੂੰ ਪੁੱਛੀ ਚਲੋ, ਸੈਕਿੰਡ ਸਮ ਟਰਾਈ ਕਰੋ ਉਸ ਤੋਂ ਬਾਅਦ। ਹੁਣ ਤਾਂ ਬਹੁਤ ਹੀ ਈਜ਼ੀ ਐਕਸਰਸਾਈਜ਼ ਆ, ਕੋਈ ਬਾਲੀ ਔਖੀ ਨਹੀਂ ਗੀ, ਬਸ ਜ਼ਰੂਰੀ ਹੈ ਤੁਹਾਨੂੰ ਬੇਸਿਕਸ ਕਲੀਅਰ ਹੋਣ ਤੇ ਰੱਟਾ ਨਹੀਂ ਮਾਰਨਾ ਬੇਸਿਕਸ ਦੇ ਉੱਪਰ ਬਿਲਕੁਲ ਵੀ।
जिस तरह मैं समझाया वा उस तरह ही तुसीं दिमाग च रखना ये चीज़ां नूं। सर ਜਿਹੜੀ हाँ ਇਹਦੀ जी बेटा, ਪਹਿਲਾਂ ਵਾਲੀ ਸਰ ਲਾਈਵ ਕਲਾਸ ਵਾਲੀ ਵੀਡੀਓ ਉੱਚੀ बोलो पुत्त, तेरी आवाज़ नहीं आ रही। ਸਰ ਜਿਹੜੀ ਹੈ ਨਾ ਪਹਿਲਾਂ ਵਾਲੀ ਲਾਈਵ ਕਲਾਸ ਦੀ ਵੀਡੀਓ ਆ ਸਰ ਉਹ ਕਦੋਂ ਕੁ ਮਿਲੂਗੀ? ਉਹ ਤੁਹਾਨੂੰ ਹੁਣੀ ਮਿਲ ਜਾਏਗੀ 1 ਘੰਟੇ ਤੱਕ। ਠੀਕ ਹੈ ਸਰ। बेटा किसी को कोई होर प्रॉब्लम होवे तो जरूर दसो पुत्त मैनूं। चलो बेटा सम करो स्टार्ट, ठीक है करने ਤੇ ਮੀਟਿੰਗ ਆਪਾਂ ਆਨ ਹੀ ਰੱਖਾਂਗੇ ਤੇ ਨਾਲ ਦੀ ਨਾਲ ਮੈਨੂੰ ਪੁੱਛੀ ਚੱਲਿਓ, ਠੀਕ ਹੈ, ਜਿੱਥੇ ਨਹੀਂ ਪਤਾ ਲੱਗੇਗਾ ਤੁਹਾਨੂੰ।